ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 21ਵੀਆਂ ਸ਼ਹੀਦੀ ਖੇਡ ਮੇਲਿਆਂ ਦੇ ਵਾਸਤੇ ਅਸੀਂ ਸਾਰੇ ਇੱਥੇ ਗ੍ਰਿਫਤ ਦੇ ਖੇਡ ਗਰਾਊਂਡ ਦੇ ਵਿੱਚ ਮੈਦਾਨ ਦੇ ਵਿੱਚ ਅਸੀਂ ਇਕੱਠੇ ਹੋਏ ਹਾਂ। ਦੁਨੀਆ ਭਰ ਦੇ ਵਿੱਚ ਇੱਕੋ ਇੱਕ ਥਾਂ ਜਿੱਥੇ ਜੂਨ 1984 ਦੇ ਘੱਲੂਘਾਰੇ ਨੂੰ ਯਾਦ ਕਰਨ ਵਾਸਤੇ ਖੇਡ ਮੇਲਾ ਕਰਵਾਇਆ ਜਾਂਦਾ, ਉਸ ਥਾਂ ਦੇ ਉੱਤੇ ਗ੍ਰਿਫਤ ਅਸੀਂ ਆਏ ਹੋਏ ਹਾਂ। ਅੱਜ ਗੱਲਬਾਤ ਅਸੀਂ ਇੱਥੇ ਕਰਾਂਗੇ ਸਰਦਾਰ ਅਜੀਤ ਸਿੰਘ ਰਾਹੀ ਹੁਣਾਂ ਦੇ ਨਾਲ। ਅਜੀਤ ਸਿੰਘ ਰਾਹੀ ਜਿਹੜੇ ਕਿ ਪੰਜਾਬੀ ਦੇ ਨਾਮਵਰ ਲਿਖਾਰੀ ਨੇ, ਬਹੁਤ ਸਾਰੀਆਂ ਕਿਤਾਬਾਂ ਪੰਜਾਬੀ ਸਾਹਿਤ ਦੀ ਝੋਲੀ ਦੇ ਵਿੱਚ ਇਹ ਪਾ ਚੁੱਕੇ ਨੇ, ਜਿਨ੍ਹਾਂ ਦੇ ਵਿੱਚ ਨਾਦਰ ਸ਼ਾਹ ਦੀ ਵਾਪਸੀ, ਤੀਜਾ ਘੱਲੂਘਾਰਾ, ਭਗਤ ਸਿੰਘ, ਸ਼ਹੀਦ ਭਗਤ ਸਿੰਘ ਦੀ ਯਾਦ ਦੇ ਵਿੱਚ, ਅਤੇ ਭਗਤ ਸਿੰਘ ਦੇ ਚਾਚਾ ਜੀ ਅਜੀਤ ਸਿੰਘ ਦੇ ਉੱਤੇ ਵੀ ਇਹ ਕਿਤਾਬਾਂ ਲਿਖ ਚੁੱਕੇ ਨੇ। 1947 ਦੇ ਆਜ਼ਾਦੀ ਸੰਘਰਸ਼ ਦੇ ਬਾਰੇ ਦੇ ਵਿੱਚ ਵੀ ਬਹੁਤ ਸਾਰੀਆਂ ਕਿਤਾਬਾਂ ਅਜੀਤ ਸਿੰਘ ਰਾਹੀ ਪੰਜਾਬੀ ਸਾਹਿਤ ਦੀ ਝੋਲੀ ਦੇ ਵਿੱਚ ਪਾ ਚੁੱਕੇ ਨੇ। ਸਾਡੇ ਨਾਲ ਗੱਲਬਾਤ ਵਾਸਤੇ ਸਾਡੇ ਨਾਲ ਜੁੜੇ ਹੋਏ ਨੇ ਅਜੀਤ ਸਿੰਘ ਜੀ, ਬਹੁਤ ਬਹੁਤ ਜੀ ਆਇਆਂ ਨੂੰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਮੈਨੂੰ ਮੌਕਾ ਦਿੱਤਾ ਸੰਗਤਾਂ ਦੇ ਰੂਬਰੂ ਹੋਣ ਦਾ। ਅਸੀਂ ਅੱਜ ਜਿਹੜੀ ਗੱਲਬਾਤ ਕਰਾਂਗੇ, ਇਹ ਅਸਲ 'ਚ ਇਹਦਾ ਬੇਸ ਤਾਂ ਜਿਹੜਾ ਉਹ ਹੈਗਾ ਜੂਨ 84 ਦਾ, ਜਿਹੜਾ ਦਰਬਾਰ ਸਾਹਿਬ 'ਤੇ ਅਟੈਕ ਹੋਇਆ, ਭਾਰਤੀ ਫੌਜ ਨੇ ਕੀਤਾ। ਔਰ ਉਸ ਤੋਂ ਬਾਅਦ ਜਿੰਨੀਆਂ ਵੀ ਅੱਗੇ ਫਿਰ ਚੱਲਿਆ, ਰੋਸ ਮੁਜ਼ਾਹਰੇ ਹੋਏ, ਜਾਂ ਇੰਦਰਾ ਦਾ ਕਤਲ ਹੋਇਆ, ਜਾਂ ਜੋ ਕੁਛ ਵੀ ਹੈ, ਵੈਦਿਆ ਬੂਦਿਆ ਦਾ ਜਿਹੜੇ ਕਤਲ ਹੋਏ, ਉਹ ਸਾਰਾ ਮੁੱਢ ਉਹੀ ਸੀ। ਅਤੇ ਇਹ ਜਿਹੜਾ ਮੇਲਾ ਆ, ਇਹ ਵੀ ਇੱਕ ਉਹਦੀ ਕੜੀ ਆ, ਉਹਦੇ ਵਿਰਸੇ 'ਤੇ ਸ਼ੁਰੂ ਹੋਇਆ। ਇਹਦੇ ਨਾਲ ਹੀ ਇਹਨੂੰ ਗੱਲ ਨੂੰ ਆਪਾਂ ਅੱਗੇ ਤੋਰਦੇ ਹਾਂ। ਇਸ ਵਾਰੀ 21ਵਾਂ ਜਿਹੜਾ ਸ਼ਹੀਦੀ ਮੇਲਾ ਹੈ, ਜਿਹੜਾ ਉਹ ਹੋ ਰਿਹਾ, ਸ਼ਹੀਦੀ ਖੇਡ ਮੇਲਾ ਹੋ ਰਿਹਾ 1995 ਤੋਂ, ਜਿਹਦੀ ਸ਼ੁਰੂਆਤ ਹੋਈ। ਗ੍ਰਿਫਤ ਨਾ ਮੈਲਬਨ ਤੋਂ ਨੇੜੇ ਆ, ਨਾ ਸਿਡਨੀ ਤੋਂ ਨੇੜੇ ਆ, ਹੋਰ ਕੋਈ ਵੀ ਵੱਡਾ ਸ਼ਹਿਰ ਇਹਦੇ ਬਹੁਤਾ ਜ਼ਿਆਦਾ ਨੇੜੇ ਨਹੀਂ। ਜਿਹੜੇ ਪਾਸਿਓਂ ਮਰਜ਼ੀ ਆ ਜਾਈਏ, 5-6-7 ਘੰਟੇ ਲੱਗ ਹੀ ਜਾਂਦੇ ਨੇ। ਅਤੇ ਐਡੀ ਦੂਰ ਸਬੱਬ ਬਣ ਜਾਣਾ ਐਡੇ ਖੇਡ ਮੇਲੇ ਦਾ, ਛੋਟੇ ਜਿਹੇ ਭਾਈਚਾਰੇ ਦੇ ਹੁੰਦਿਆਂ, ਇਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ। ਪਰ ਨਾਲ ਦੀ ਨਾਲ, ਕਿਉਂਕਿ ਇਹ ਖੇਡ ਮੇਲਾ ਜਿਹੜਾ ਇਹ ਸਮਰਪਿਤ 1984 ਦੇ ਉਸ ਖੂਨੀ ਸਾਕੇ ਨੂੰ ਹੈ, ਉਹਦੇ ਤੋਂ ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ। ਅਤੇ ਥੋੜ੍ਹਾ ਹੋਰ ਜਾਂ ਫਿਰ ਪਿਛੋਕੜ ਦੇ ਵਿੱਚ ਜਾ ਕੇ, ਕਿ ਤੁਸੀਂ ਕਦੋਂ ਤੋਂ ਗ੍ਰਿਫਤ ਨੂੰ ਆਪਣਾ ਘਰ ਜਾਂ ਆਪਣਾ ਪਿੰਡ ਮੰਨਣਾ ਸ਼ੁਰੂ ਕੀਤਾ? ਅਸਲ 'ਚ ਮੈਂ 1979 'ਚ ਇੱਥੇ ਆਇਆ, ਆਸਟ੍ਰੇਲੀਆ ਦੇ ਵਿੱਚ, ਅਤੇ ਆਉਂਦਾ ਮੈਂ ਪਹਿਲਾਂ ਇੱਥੇ ਹੀ ਆਇਆ। ਜਿਹੜਾ ਇਹ ਮੇਲੇ ਦਾ ਪਿਛੋਕੜ, ਜਿਸ ਤਰ੍ਹਾਂ ਮੈਂ ਪਹਿਲਾਂ ਤੁਹਾਡੇ ਨਾਲ ਗੱਲ ਕੀਤੀ ਆ, ਇਹ ਕੋਈ ਕੁਦਰਤੀ ਹੁੰਦਾ, ਕਿਸੇ ਬੰਦੇ ਨੂੰ ਦੇ ਕਿਸਮਤ 'ਚ ਹੁੰਦਾ ਵੀ ਉਹਨੇ ਇਹ ਕੋਈ ਜਸ ਖੱਟਣਾ ਹੁੰਦਾ। ਮੈਂ ਕਿਉਂਕਿ ਇੰਡੀਆ ਦੇ ਵਿੱਚ ਵੀ ਇੱਦਾਂ ਦੀਆਂ ਗਤੀਵਿਧੀਆਂ ਦੇ ਵਿੱਚ ਜ਼ਿਆਦਾ ਹੀ ਮਸ਼ਹੂਰ ਸੀ। ਇੱਥੇ ਜਦੋਂ ਆਏ, ਜਿੱਦਣ ਦਰਬਾਰ ਸਾਹਿਬ 'ਤੇ ਹਮਲਾ ਹੋਇਆ, ਮੇਰੇ ਬੇਟੇ ਨੇ ਮੈਨੂੰ ਫੋਨ ਕੀਤਾ। ਹਾਲਾਂਕਿ ਮੈਂ ਸਿੱਧੀ ਜੀ ਗੱਲ ਦੱਸਾਂ ਵੀ ਮੈਂ ਨਕਸਲਾਈਟ ਸੀ, ਜਿਹਦਾ ਧਰਮ ਨਾਲ ਕੋਈ ਸੰਬੰਧ ਨਹੀਂ ਸੀ ਇੱਦਾਂ ਦਾ, ਪਰ ਅੰਦਰ ਸਾਡੇ ਸਿੱਖੀ ਸੀ, ਉਹ ਨਹੀਂ ਸੀ ਮਰਦੀ। ਬੇਟੇ ਨੇ ਮੇਰੇ ਨੇ ਫੋਨ ਕੀਤਾ, ਬਈ ਡੈਡੀ, ਬਈ ਸੰਤ ਜਰਨੈਲ ਸਿੰਘ ਜੀ ਸ਼ਹੀਦ ਹੋ ਗਏ ਅਤੇ ਫੌਜ ਨੇ ਅਕਾਲ ਤਖ਼ਤ ਢਾਹ ਦਿੱਤਾ। ਹਰਜੀਤ ਸਿੰਘ ਜੀ, ਯਕੀਨ ਜਾਣਿਓ, ਸੁਣਦੇ ਸਾਰ ਮੇਰੀਆਂ ਤਹਾਂ ਨਿਕਲ ਗਈਆਂ ਵੀ ਹੈਂ, ਅਕਾਲ ਤਖ਼ਤ ਢਾਹ ਦਿੱਤਾ। ਮੈਂ ਸਿਡਨੀ ਨੂੰ ਟੈਲੀਫੋਨ ਕੀਤਾ, ਕੁਲਦੀਪ ਸਿੰਘ ਆ ਭਲਵਾਨ ਉੱਥੇ, ਉਹ ਤਾਂ ਮਿਲਿਆ ਨਾ, ਉਹਦੀ ਵਾਈਫ, ਉਹ ਤਹਾਂ ਮਾਰ ਕੇ ਰੋ ਪਈ, ਕਹਿੰਦੀ ਭਾਜੀ ਐਡਾ ਵੱਡਾ ਕਹਿਰ ਹੋ ਗਿਆ। ਮੈਂ ਕਿਹਾ ਵੀ ਅਸੀਂ ਕੱਲ੍ਹ ਨੂੰ ਆ ਰਹੇ ਹਾਂ, ਅਸੀਂ ਜਿਹੜਾ ਕੌਂਸਲੇਟ ਆ ਉੱਥੇ ਸਿਡਨੀ 'ਚ, ਇੰਡੀਅਨ ਕੌਂਸਲੇਟ, ਉਹਦੇ ਮੂਹਰੇ ਮੁਜ਼ਾਹਰਾ ਕਰਾਂਗੇ। ਅੱਛਾ, ਅਸੀਂ ਰਾਤ ਨੂੰ ਇੱਥੋਂ 5 ਜਣੇ, ਜੀਤ ਸਿੰਘ ਨਿੱਜਰ ਅਤੇ ਅਸੀਂ ਸਾਰੇ ਇੱਥੋਂ ਗਏ। ਪਹਿਲਾਂ ਤਾਂ ਕਾਰਾਂ 'ਚ ਤਾਰ ਤੇ ਤੇਲ ਤੂਲ ਲੈਣਾ ਸੀ, ਰਾਤ ਨੂੰ ਤੁਰੇ, ਤੜਕੇ ਜਾ ਕੇ ਅਸੀਂ ਪਹੁੰਚੇ। ਸਵੇਰੇ ਅਸੀਂ ਉੱਥੇ ਮੁਜ਼ਾਹਰਾ ਕੀਤਾ, ਇੰਦਰਾ ਦਾ ਪੁਤਲਾ ਸਾੜਿਆ ਕੌਂਸਲੇਟ ਦੇ ਮੂਹਰੇ। ਫਿਰ ਅਸੀਂ ਉੱਥੇ ਪ੍ਰੋਗਰਾਮ ਬਣਾ ਲਿਆ ਵੀ ਅਸੀਂ ਕੈਨਬਰੇ ਐਮਬੈਸੀ ਦੇ ਸਾਹਮਣੇ ਮੁਜ਼ਾਹਰਾ ਕਰਾਂਗੇ। ਉਸ ਦਿਨ ਸ਼ਾਇਦ ਸ਼ਨੀਚਰਵਾਰ ਸੀ, ਸ਼ੁੱਕਰਵਾਰ ਸੀ, ਮੰਗਲਵਾਰ ਦਾ ਅਸੀਂ ਪ੍ਰੋਗਰਾਮ ਬਣਾਇਆ, ਵਰਕਿੰਗ ਡੇ ਸੀ। ਜਿਹੜੀ ਬੁਲਗੁਲਗੇ ਦੀ ਸੰਗਤ, ਉਸ ਵੇਲੇ ਮੈਂ ਸਾਨੂੰ ਜਿਹੜੇ ਵਿਦੇਸ਼ਾਂ ਦੇ ਵਿੱਚ ਵੀ ਆ, ਸਾਰਿਆਂ ਨੂੰ ਇਹ ਦੱਸ ਦੇਣਾ ਚਾਹੁੰਦਾ ਕਿ ਸਾਡੇ ਉਸ ਵੇਲੇ ਦੀ ਹਾਲਤ ਇਹ ਸੀ, ਜਦੋਂ ਕਿਤੇ ਅਖੰਡ ਪਾਠ ਕਰਾਉਣਾ ਹੁੰਦਾ ਸੀ ਨਾ, ਸਾਡੇ ਕੋਲ ਅਖੰਡ ਪਾਠੀ ਨਹੀਂ ਸੀ ਹੁੰਦੇ। ਬੁਲਗੁਲਗੇ ਤੋਂ ਆਉਂਦੇ ਹੁੰਦੇ ਸੀ ਬੰਦੇ, ਇਕੱਠੇ ਕਰ ਕੇ ਨਾ। ਅਸੀਂ ਸਾਊਥ ਆਸਟ੍ਰੇਲੀਆ ਵਾਲਿਆਂ ਨੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਨ ਮਨਾ ਰਹੇ ਸੀ, ਬੁਲਗੁਲਗੇ ਤੋਂ ਅਖੰਡ ਪਾਠੀ ਜਿਹੜੇ ਸੀ ਉਹ ਉੱਥੇ ਗਏ ਹੋ ਸੀ, ਹੋਰ ਸੰਗਤ ਵੀ ਗਈ ਹੋ ਸੀ।
ਫਿਰ ਮੈਂ ਤੇ ਅਜੀਤ ਸਿੰਘ ਹੁਣਾਂ ਨੇ ਸਲਾਹ ਕੀਤੀ ਵੀ ਆਪਾਂ ਗ੍ਰਿਫਤ ਪਹੁੰਚ ਕੇ ਕੱਪੜੇ ਕੁਪੜੇ ਬਦਲੀਏ, ਬਦਲ ਕੇ ਤਾਂ ਸਾਊਥ ਨੂੰ ਚਲੀਏ ਵੀ ਉੱਥੇ ਸੰਗਤ ਬਹੁਤ ਇਕੱਠੀ ਹੋਈ ਆ, ਉਹਨਾਂ ਨੂੰ ਸਾਰਿਆਂ ਨਾਲ ਗੱਲਬਾਤ ਕਰਕੇ ਵੀ ਮੁਜ਼ਾਹਰੇ ਬਾਰੇ ਦੱਸੀਏ। ਅਸੀਂ ਇੱਥੋਂ ਆਏ, ਕੱਪੜੇ ਬਦਲੇ, ਉੱਥੇ ਚਲੇ ਗਏ ਜਾ ਕੇ ਰਾਤ ਨੂੰ ਪਹੁੰਚੇ ਸਵੇਰੇ, ਔਰ ਉਸ ਵੇਲੇ ਰਾਹ ਦੇ ਵਿੱਚ ਅਸੀਂ ਮਲਡੂਰੇ ਖਬਰਾਂ ਸੁਣੀਆਂ ਤੇ ਗਿਆਨੀ ਜੈਲ ਸਿੰਘ ਲਾਲ ਫੁੱਲ ਲਗਾਇਆ ਉਹਦੀ ਅਚਕਨ ਦੇ ਉੱਤੇ ਚਿੱਟੀ ਤੇ ਪ੍ਰਕਰਮਾਂ 'ਚ ਜਾ ਰਿਹਾ। ਔਰ ਸੱਚੀ ਗੱਲ ਇਹ ਆ, ਸਾਨੂੰ ਸ਼ਰਮ ਵੀ ਆਈ ਔਰ ਦੁੱਖ ਵੀ ਹੋਇਆ ਬਈ ਉਹ ਬੰਦਾ ਜਿਹੜਾ ਅੱਜ ਸਿੱਖ ਆ, ਸਿੱਖੀ ਦੇ ਭੇਜ 'ਚ ਆ, ਅੱਜ ਉਹ ਕਿਹੜੀ ਕਰਤੂਤ ਕਰ ਰਿਹਾ। ਖੈਰ ਅਸੀਂ ਅਗਲੇ ਦਿਨ ਉੱਥੇ ਗਏ ਗੁਰਦੁਆਰੇ, ਮੈਂ ਬੋਲਿਆ ਔਰ ਮੈਂ ਸੰਗਤ ਨੂੰ ਸਾਰਿਆਂ ਨੂੰ ਬੇਨਤੀ ਕੀਤੀ ਬਈ ਅਸੀਂ ਮੁਜ਼ਾਹਰਾ ਕਰਨਾ ਮੰਗਲਵਾਰ ਨੂੰ। ਤੇ ਉਸ ਵੇਲੇ ਆਸਟ੍ਰੇਲੀਆ ਦੇ ਵਿੱਚ ਸੰਗਤ ਬਹੁਤੀ ਨਹੀਂ ਸੀ, ਤੁਸੀਂ ਪਤਾ ਹੀ ਆ ਵੀ ਜੇ ਅਖੰਡ ਪਾਠ ਕਰਨ ਲਈ ਸਾਨੂੰ ਥਾਂ ਤੋਂ ਪਾਠੀ ਇਕੱਠੇ ਕਰਨੇ ਪੈਂਦੇ ਸੀ। ਮੰਗਲਵਾਰ ਨੂੰ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਸਾਊਥ ਵਾਲਿਆਂ ਨੂੰ ਕਿਹਾ ਵੀ ਤੁਸੀਂ ਗ੍ਰਿਫਤ ਪਹੁੰਚੋ, ਕਿਉਂਕਿ ਉਹਨਾਂ ਲਈ ਦੂਰੋਂ ਆ ਕੇ ਇੱਥੇ ਉਹਨਾਂ ਦਾ ਸਟੇ ਸੀ। ਅਸੀਂ ਇੱਥੇ ਘਰਾਂ ਤੋਂ ਲੰਗਰ ਤਿਆਰ ਕਰ ਲਿਆ, ਬੁੜੀਆਂ ਨੇ ਸਾਰੀ ਰਾਤ ਦਾਲਾਂ ਰਿੰਨੀਆਂ, ਪ੍ਰਸ਼ਾਦੇ ਤਿਆਰ ਕੀਤੇ। ਜਿਹੜੇ ਕੈਨਵਰੇ ਵਾਲੇ ਸੀ ਸਿੰਘ, ਉਹਨਾਂ ਨੂੰ ਮੈਂ ਕਿਹਾ ਵੀ ਅਸੀਂ ਆ ਰਹੇ, ਮੈਂ ਮੈਲਬੌਰਨ ਵੀ ਕੰਟੈਕਟ ਕੀਤਾ, ਸਿਡਨੀ ਕੀਤਾ, ਸਾਰੇ ਉਹਨਾਂ ਨੇ ਆਪਣੇ ਹਿਸਾਬ ਨਾਲ ਵੀ 400-500 ਬੰਦਾ ਹੋ ਜਾਊ, ਉਹਨੇ ਥੋੜ੍ਹੇ ਜਿਹੀਆਂ ਪੂਰੀਆਂ ਪਾਰੀਆਂ ਛੋਲੇ ਛਾਲੇ ਜਿਹੇ ਬਣਾ ਲਏ, ਉਹ ਤਾਂ ਜਾਂਦੇ ਉੱਡ ਗਏ। ਅਸੀਂ ਦਾਲਾਂ ਦੇ ਪਤੀਲੇ ਤੇ ਪ੍ਰਸ਼ਾਦੇ, ਅਸੀਂ ਬੱਸ ਇੱਕ ਕੀਤੀ 32 ਸਫੇ ਸੀਟਾਂ ਵਾਲੀ। ਤੁਸੀਂ ਯਕੀਨ ਜਾਣਿਓ ਸਾਡੇ ਕੋਲੋਂ ਸਾਰੇ ਗ੍ਰਿਫਤ ਦੇ ਨਿਆਣੇ ਨੂੰ ਨੇ ਪਾ ਕੇ ਵੀ ਨਹੀਂ ਭਰੀ, ਇੰਨੀ ਘੱਟ ਸੀ। ਅੱਛਾ, ਉੱਥੇ ਜਾ ਕੇ ਖੈਰ ਜੀ ਉਹ ਲੰਗਰ ਪਕਾਉਣਾ, ਔਰ ਉਹ ਜਲੂਸ ਮੈਂ ਇਹ ਸਮਝਦਾ ਜਿੱਦਾਂ ਦਾ ਉਹ ਜਲੂਸ ਸੀ, ਜਿੰਨਾ ਲੋਕਾਂ 'ਚ ਜੋਸ਼ ਸੀ, ਗੁੱਸਾ ਸੀ, ਅੱਜ ਤੱਕ ਮੈਂ ਆਸਟ੍ਰੇਲੀਆ 'ਚ ਉੱਦਾਂ ਦਾ ਜਲੂਸ ਨਹੀਂ ਦੇਖਿਆ। ਇੱਕ ਪਾਸੇ ਪਾਰਲੀਮੈਂਟ ਹਾਊਸ ਦੇ ਕੋਲ ਸੀ, ਦੂਜੇ ਪਾਸੇ ਇੰਡੀਅਨ ਹਾਈ ਕਮਿਸ਼ਨ ਦੇ ਮੂਹਰੇ ਸੀ। ਇੰਨਾ ਲੰਬਾ ਜਲੂਸ। ਬਾਕੀ ਲੋਕ ਫਿਰ ਮੈਲਬਨ ਤੋਂ, ਸਿਡਨੀ ਤੋਂ, ਸਾਊਥ ਆਸਟ੍ਰੇਲੀਆ ਤੋਂ, ਹੋਰਨਾਂ ਥਾਵਾਂ ਤੋਂ ਆਏ। ਮੈਲਬੌਰਨ ਤੋਂ, ਬ੍ਰਿਸਬਨ ਤੋਂ ਲੋਕ 15-15 ਘੰਟੇ ਕਾਰਾਂ ਚਲਾ ਕੇ ਆਏ। ਮੈਲਬੌਰਨ ਤੋਂ ਬੱਸਾਂ ਗਈਆਂ, ਸਿਡਨੀ ਤੋਂ ਬੱਸਾਂ ਆਈਆਂ, ਮਤਲਬ ਸਾਊਥ ਆਸਟ੍ਰੇਲੀਆ ਵਾਲੇ ਤਾਂ ਆ ਹੀ ਗਏ। ਇੱਥੋਂ ਗ੍ਰਿਫਤ ਤੋਂ ਜੋ ਜਿਹੜੇ ਸੀਗੇ ਸਾਰੇ ਬੁਲਗੁਲਗੇ ਤੋਂ ਆ ਗਏ। ਮਤਲਬ ਕਾਫੀ ਸੰਗਤ ਉੱਥੇ ਇਕੱਠੀ ਹੋਈ, ਮੁਜ਼ਾਹਰਾ ਬਹੁਤ ਵਧੀਆ ਹੋਇਆ। ਉਹਨੂੰ ਨੈਸ਼ਨਲ ਪ੍ਰੈਸ ਨੇ, TV ਵਾਲਿਆਂ ਨੇ, ਅਖਬਾਰਾਂ ਵਾਲਿਆਂ ਨੇ ਪੂਰੀ ਕਵਰੇਜ ਕੀਤੀ। ਔਰ ਉਸ ਵੇਲੇ ਜਿਹੜਾ ਇੱਥੇ ਦਾ ਡਿਫੈਂਸ ਹੋਮ ਮਿਨਿਸਟਰ ਸੀ, ਮੋਰ ਸੀ ਉਹਦਾ, ਪੀਕੌਕ, ਉਹਦੇ ਕੋਲ ਜਿਹੜੇ ਕੌਂਸਲੇਟ ਜਾਂ ਇਹ ਗਏ ਜਾ ਕੇ, ਜਿਹੜਾ ਅੰਬੈਸਡਰ ਸੀ, ਬਈ ਜੀ ਤੁਸੀਂ ਸਾਡੇ 5 ਬੰਦੇ ਉਹਨੂੰ ਡੈਪੂਟੇਸ਼ਨ ਮਿਲਿਆ ਬਈ ਆਹ ਸਾਡੇ ਨਾਲ ਹੋਇਆ। ਉਹਨੇ ਸਾਡੇ ਕੋਲ ਦੁੱਖ ਜ਼ਾਹਰ ਕੀਤਾ ਬਈ ਕਹਿੰਦਾ ਮੈਂ ਤੁਹਾਡੇ ਨਾਲ ਆ, ਮੇਰੀਆਂ ਸਿੰਪਥੀ ਤੁਹਾਡੇ ਨਾਲ ਆ। ਇਹਨਾਂ ਨੇ ਇਤਰਾਜ਼ ਕੀਤਾ ਬਈ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਿਉਂ ਕੀਤੀ ਆ। ਉਹਨੇ ਜਵਾਬ ਦਿੱਤਾ ਵੀ ਇਹ ਮੇਰੇ ਦੇਸ਼ ਦੇ ਸਿਟੀਜ਼ਨ ਆ, ਇਹਨਾਂ ਨੂੰ ਕੋਈ ਤਕਲੀਫ ਹੁੰਦੀ ਆ ਮੈਂ ਸੁਣਨੀ ਆ, ਜੇ ਤੁਹਾਨੂੰ ਤਕਲੀਫ ਆ ਤੁਸੀਂ ਆਪਣੀ ਵੈਸੀ ਲੈ ਜਾਓ। ਇੱਥੇ ਤੱਕ ਸਖਤ। ਅੱਛਾ, ਔਰ ਉਸ ਵੇਲੇ ਇਹ ਹੋ ਗਿਆ ਸੀ ਵੀ ਦੁਨੀਆ ਭਰ 'ਚ ਇਹ ਸੀ ਵੀ ਹਿੰਦੁਸਤਾਨ ਦੀ ਗੌਰਮੈਂਟ ਨੇ ਬਹੁਤ ਗਲਤ ਕੰਮ ਕੀਤਾ। ਅੱਛਾ, ਜਿਹੜਾ ਸੰਗਤ ਦਾ ਇਕੱਠ ਹੋਇਆ ਮੈਲਬਨ ਤੋਂ, ਸਿਡਨੀ ਤੋਂ, ਸਾਊਥ ਆਸਟ੍ਰੇਲੀਆ ਤੋਂ, ਬ੍ਰਿਸਬੇਨ ਤੋਂ, ਤੁਸੀਂ ਦੱਸਿਆ ਵੀ ਲੋਕ ਉਹਦੇ ਵਿੱਚ ਸ਼ਾਮਲ ਹੋਏ, ਲੋਕਾਂ ਦਾ ਰੋਹ ਕਿਹੋ ਜਿਹਾ ਸੀ, ਕੁਛ ਉਹਦੇ ਬਾਰੇ ਦੱਸੋਗੇ, ਜਾਂ ਉਹਨੂੰ ਲੋਕ ਕਿਵੇਂ ਉਹਨਾਂ ਨੇ ਪ੍ਰਗਟਾਇਆ? ਲੋਕਾਂ ਦੇ ਵਿੱਚ ਬਹੁਤ ਗੁੱਸਾ ਸੀ, ਲੋਕ ਰੋ ਰਹੇ ਸੀ। ਅੰਬੈਸੀ ਦੇ ਸਾਹਮਣੇ ਅਸੀਂ ਇੰਦਰਾ ਗਾਂਧੀ ਦਾ ਪੁਤਲਾ ਸਾੜਿਆ ਤੇ ਲੋਕ ਬੜੇ ਗੁੱਸੇ ਸੀ, ਬਹੁਤ ਗੁੱਸੇ 'ਚ, ਮਤਲਬ ਮੈਂ ਬਿਆਨ ਨਹੀਂ ਕਰ ਸਕਦਾ। ਕਿਉਂ ਮੇਰੇ ਵਰਗਾ ਬੰਦਾ, ਮੈਂ ਬਾਲ ਕਟਾਏ ਹੋਏ ਸੀ, ਉਦੋਂ ਦਾੜੀ ਵੀ ਕੱਟੀ ਹੋਈ ਸੀ, ਮੇਰੇ ਵਰਗਾ ਬੰਦਾ ਮੋਹਰੇ ਸੀ, ਮੈਂ ਅਗਵਾਈ ਕਰ ਰਿਹਾ ਸੀ ਉਸ ਸਾਰੇ ਜਲੂਸ ਦੀ। ਸੋ ਸਵਾਲ ਤਾਂ ਇਹ ਸੀ ਹਰਜੀਤ ਸਿੰਘ ਜੀ, ਮੈਂ ਇਹ ਉਸ ਮੁਜ਼ਾਹਰੇ ਤੋਂ, ਉਸ ਦਿਨ ਤੋਂ ਇਹ ਮਹਿਸੂਸ ਕੀਤਾ ਬਈ ਅਸੀਂ ਚਾਹੇ ਜੋ ਮਰਜ਼ੀ ਬਣ ਜਾਈਏ,
ਚਾਹੇ ਕਾਮਰੇਡ ਬਣ ਜਾਈਏ, ਚਾਹੇ ਕਾਂਗਰਸੀ ਬਣ ਜਾਈਏ, ਚਾਹੇ ਜੋ ਮਰਜੀ, ਪਰ ਸਾਡੇ ਅੰਦਰੋਂ ਸਿੱਖੀ ਨਹੀਂ ਮਰਦੀ ਜੇ ਅਸੀਂ ਸਿੱਖ ਹਾਂ ਤਾਂ, ਕਿਉਂਕਿ ਸਾਡੇ ਖੂਨ 'ਚ ਰਚੀ ਹੋਈ ਆ। ਅਸੀਂ ਬੜੇ ਖੈਰ ਬੜੇ ਜੋਸ਼ ਦੇ ਨਾਲ ਉਹ ਸਾਰਾ ਕੁਝ ਕੀਤਾ। ਉੱਥੇ ਹੀ ਅਸੀਂ ਫਿਰ ਫੈਸਲਾ ਕੀਤਾ ਬਈ 15 ਅਗਸਤ ਤੱਕ ਅਸੀਂ 1 ਮਹੀਨੇ ਲਈ ਉੱਥੇ ਜਿਹੜੀ ਭੁੱਖ ਹੜਤਾਲ ਚਲਾਵਾਂਗੇ। 5 ਬੰਦੇ ਕੈਰਾਵਾਨ ਅਸੀਂ ਵੈਸੀ ਦੇ ਮੂਹਰੇ ਲਾਤੀ। ਅੱਛਾ ਜੀ। ਲਾ ਕੇ ਤਾਂ ਅਸੀਂ 5 ਬੰਦੇ ਸਾਰੇ ਆਸਟ੍ਰੇਲੀਆ ਤੋਂ ਡਿਊਟੀਆਂ ਲਾਤੀਆਂ। ਮੇਰੀ ਸੀ ਡਿਊਟੀ ਵੀ ਬੰਦਿਆਂ ਨੂੰ ਉੱਥੇ ਪਹੁੰਚਾਉਣਾ। ਅੱਛਾ, ਉਹ ਬੰਦੇ ਪਹੁੰਚਦੇ ਸੀ 24 ਘੰਟੇ ਬੈਠ ਕੇ ਆ ਜਾਂਦੇ ਸੀ ਉੱਥੇ ਦੇ। ਹਾਂ, ਜਿਹੜੇ ਕੈਨਬਰੇ ਦੀ ਸੰਗਤ ਸੀ ਉਹਨਾਂ ਦੀ ਇਹ ਬੜੀ ਬਹਾਦਰੀ ਸੀ ਵੀ ਉਹਨਾਂ ਨੂੰ ਕਿਸੇ ਚੀਜ਼ ਦੀ ਕੋਈ ਤਕਲੀਫ ਨਹੀਂ ਹੋਣ ਦੀ। ਸਿਆਲ ਸੀ ਅਤੇ ਉਸ ਵੇਲੇ ਫਿਰ 15 ਅਗਸਤ ਨੂੰ ਅਸੀਂ ਉੱਥੇ ਜਲੂਸ ਜਲਾਸ ਕੱਢ ਕੇ ਅਤੇ ਉਹ ਬੰਦ ਕੀਤਾ, ਨਾਲੇ ਉਹਨਾਂ ਦਾ ਸਿਆਪਾ ਕੀਤਾ ਅਤੇ ਮੁੜ ਕੇ। ਅੱਛਾ, ਇਹ ਜਦੋਂ ਜਿੰਨੀ ਵਾਰੀ ਵੀ ਆਪਾਂ ਪਹਿਲੇ ਰੋਹ ਦਾ ਮੁਜ਼ਾਹਰਾ ਸੀ ਜਿਹੜਾ ਦਰਬਾਰ ਸਾਹਿਬ ਦੇ ਉੱਤੇ ਹੱਲੇ ਤੋਂ ਤੁਰਤ ਬਾਅਦ ਕੀਤਾ, ਉਸ ਤੋਂ ਬਾਅਦ ਤੁਸੀਂ ਲਗਾਤਾਰ ਉੱਥੇ ਭੁੱਖ ਹੜਤਾਲ 'ਤੇ ਬਹਿੰਦੇ ਰਹੇ। 15 ਅਗਸਤ ਨੂੰ ਫਿਰ ਵੱਡਾ ਦੁਬਾਰਾ ਫਿਰ ਤੁਸੀਂ ਉੱਥੇ ਜਲੂਸ ਕੱਢਿਆ। ਇਹ ਸਾਰੇ ਦਾ ਤੁਹਾਨੂੰ ਕਿੰਨਾ ਕੁ ਇੰਪੈਕਟ ਨਜ਼ਰ ਆਇਆ, ਅਸਰ ਇਹਦਾ ਕਿੰਨਾ ਕੁ ਨਜ਼ਰ ਆਇਆ ਇੱਥੋਂ ਦੇ ਆਸਟ੍ਰੇਲੀਆ ਦੇ ਮੀਡੀਆ ਦੇ ਵਿੱਚ, ਅਤੇ ਜਾਂ ਜਿਹੜੇ ਇੱਥੋਂ ਦੇ ਸਰਕਾਰੀ ਅਦਾਰੇ ਨੇ ਉਹਨਾਂ ਦੇ ਤੱਕ ਵੀ ਕਿੰਨੀ ਕੁ ਇਹ ਗੱਲ ਕਰਕੇ ਅਸਰ ਦਿਸਿਆ? ਸਰਬਜੀਤ ਸਿੰਘ ਜੀ, ਇਹ ਇੱਕ ਇੱਥੋਂ ਦੇ ਮੀਡੀਆ ਲਈ, ਜਿਹੜੇ ਅਸੀਂ ਬਾਹਰਲੇ ਲੋਕ ਹਾਂ ਇੱਥੇ ਆਸਟ੍ਰੇਲੀਆ ਦੇ ਵਿੱਚ, ਇੱਥੋਂ ਦੇ ਮੀਡੀਆ ਲਈ ਇੱਕ ਨਵੀਂ ਗੱਲ ਸੀ ਵੀ ਇੱਕ ਕੌਮ, ਉਹਨਾਂ ਦੇ ਧਾਰਮਿਕ ਸਥਾਨ ਦੀ ਬੇਅਦਬੀ ਕੀਤੀ ਗਈ ਤੇ ਢਾਇਆ ਗਿਆ। ਉਸ ਕੌਮ ਦੇ ਕਿੰਨਾ ਰੋਹ ਆ ਉਹਨਾਂ ਦੇ ਵਿੱਚ, ਕਿੱਦਾਂ ਉਹ ਉਹਨੂੰ ਪ੍ਰਗਟ ਕਰਦੇ। ਕਿਉਂਕਿ ਇਦੋਂ ਪਹਿਲਾਂ ਨਾ ਬਾਅਦ 'ਚ ਵੀ ਕਿਸੇ ਕੌਮ ਨੇ ਜੇ ਉਹਨਾਂ ਦੀਆਂ ਚਾਹੇ ਮਸੀਤਾਂ ਢਾਤੀਆਂ, ਚਾਹੇ ਜੋ ਮੰਦਰ ਜਾਂ ਜੋ ਕੁਝ ਵੀ ਢਾਤਾ, ਉਹਨੀ ਮੁਜ਼ਾਹਰੇ ਨਹੀਂ ਕੀਤੇ ਕਿਸੇ ਨੇ। ਸਿਰਫ ਇੱਕ ਸਿੱਖ ਕੌਮ ਸੀ ਜਿਨ੍ਹਾਂ ਨੇ ਆਪਣਾ ਰੋਹ ਜਿਹੜਾ ਸੀ ਉਹ ਪ੍ਰਗਟ ਕੀਤਾ। ਔਰ ਮੀਡੀਆ ਨੇ ਇੰਨੀ ਇਮਾਨਦਾਰੀ ਦੇ ਨਾਲ, ਇੰਨੇ ਵਧੀਆ ਢੰਗ ਨਾਲ ਕਵਰ ਕੀਤਾ। ਮੈਂ ਤੁਹਾਨੂੰ ਦੱਸਦਾ, ਜੋਸ਼ ਇੱਕ MP ਸੀਗਾ ਦਿੱਲੀ ਦਾ, ਉਹ ਇੰਦਰਾ ਨੇ ਭੇਜ ਦਿੱਤਾ ਵੀ ਜਾ ਤੂੰ ਪ੍ਰਚਾਰ ਕਰ ਜਾ ਕੇ ਵੀ ਉੱਥੇ ਕੁਝ ਨਹੀਂ ਹੋਇਆ। ਅੱਛਾ, ਉਹ ਆ ਗਿਆ, ਪਹਿਲਾਂ ਨਿਊਜ਼ੀਲੈਂਡ ਗਿਆ, ਨਿਊਜ਼ੀਲੈਂਡ ਵਾਲਿਆਂ ਤਾਂ ਖੈਰ ਉਹਨੂੰ ਕੁਝ ਨਹੀਂ ਕਿਹਾ। ਫਿਰ ਮੈਲਬੌਰਨ ਆ ਗਿਆ, ਮੈਲਬੌਰਨ ਆ ਕੇ ਤਾਂ ਮੈਂ ਇਹਨਾਂ ਨੂੰ ਮੈਲਬੌਰਨ ਬੰਦਿਆਂ ਨੂੰ ਟੈਲੀਫੋਨ ਕੀਤਾ, ਤੁਹਾਡੇ ਸੰਘੇ ਹੋਣੀ ਹੈਗੇ ਆ ਉਹਨਾਂ ਨੂੰ। ਉਹ ਕਹਿੰਦੇ ਠੀਕ ਆ, ਕਹਿੰਦੇ ਅਸੀਂ ਉਹਦੇ ਟਮਾਟਰ ਬੂਟ ਮਾਰਾਂਗੇ। ਉਹ ਬੋਲਿਆ ਨਹੀਂ ਖਾਸ। ਤੇ ਉਹਦੇ ਜਿਹੜੇ ਪ੍ਰੋਗਰਾਮ ਹੁੰਦੇ ਸਨ ਜੋਸ਼ ਦੇ, ਕਿਉਂਕਿ ਇੱਕ ਅਹਿਮ ਘਟਨਾ ਹੈ ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ ਜਿਹੜੀ ਹੋਈ, ਜਾਂ ਜਿਹੜਾ ਇੱਕ ਸਰਕਾਰੀ ਤੰਤਰ ਦਾ ਇੱਕ ਉਹਨਾਂ ਨੇ ਪ੍ਰੋਸੈਸ ਚਲਾਇਆ ਸੀ ਬਾਹਰਲੇ ਸਿੱਖਾਂ ਨੂੰ ਮਨਾਉਣ ਵਾਸਤੇ ਜਾਂ ਉਹਨਾਂ ਦਾ ਗੁੱਸਾ ਠੰਡਾ ਕਰਨ ਵਾਸਤੇ, ਸੋ ਜੋਸ਼ ਦਾ ਆਉਣਾ ਉਹਦਾ ਹਿੱਸਾ ਦੱਸਿਆ ਜਾਂਦਾ। ਉਹ ਕਿਹੋ ਜਿਹੇ ਪ੍ਰੋਗਰਾਮ ਕਰਦਾ ਸੀ, ਕੌਣ ਅਰੇਂਜ ਕਰਕੇ ਦਿੰਦਾ ਸੀ ਤੇ ਕਿੱਥੇ ਲੋਕਾਂ ਨੂੰ ਮਿਲਦਾ ਸੀਗਾ? ਉਹਨਾਂ ਦਾ ਸਬੰਧ ਹੁੰਦਾ ਸੀ ਕੌਂਸਲੇਟ ਨਾਲ ਜਾਂ ਐਮਬੈਸੀ ਨਾਲ। ਸਾਰੀ ਦੁਨੀਆ 'ਚ ਇੰਦਰਾ ਨੇ ਸਿੱਖ ਜਿਹੜੇ ਸੀ, ਰਾਜ ਸਭਾ ਦੇ ਮੈਂਬਰ ਸੀ ਜਾਂ ਕੋਈ ਹੋਰ ਸੀ, ਸਾਰੀ ਦੁਨੀਆ 'ਚ ਭੇਜੇ ਸੀ। ਕੈਨੇਡਾ ਦੇ ਵਿੱਚ ਉਹਨੇ ਸਪੈਰੋ ਭੇਜਿਆ ਸੀ, ਜਿੰਦਰ ਸਿੰਘ ਸਪੈਰੋ। ਉੱਥੇ ਲੋਕਾਂ ਨੇ ਕੁੱਟਿਆ। ਦੇਸ਼ ਪ੍ਰਦੇਸ਼ ਨੇ ਉਹਦੇ ਗਲ 'ਚ ਪੱਗ ਪਾਈ, ਭੱਜਾ ਜਾਂਦਾ, ਉਹ ਦਿਖਾਇਆ, ਉਹਦੀ ਫੋਟੋ ਫਰੰਟ ਪੇਜ 'ਤੇ ਛਾਪੀ। ਇਹ ਜਦੋਂ ਇੱਥੇ ਮੈਲਬੌਰਨ ਇਹਦੇ ਨਾਲ ਕੁਝ ਨਹੀਂ ਹੋਇਆ ਤੇ ਇਹ ਸਿਡਨੀ ਚਲਾ ਗਿਆ। ਇਹਦਾ ਹੌਸਲਾ ਵੱਧ ਗਿਆ ਵੀ ਮੈਨੂੰ ਤਾਂ ਕਿਸੇ ਨੇ ਕੁਝ ਕਿਹਾ ਹੀ ਨਹੀਂ। ਨਿਊਜ਼ੀਲੈਂਡ 'ਚ ਵੀ ਕੁਝ ਨਹੀਂ ਸੀ ਕਿਹਾ। ਇੱਥੇ ਜਾ ਕੇ ਉਹਨੇ ਹਾਲ ਬੁੱਕ ਕਰਾਇਆ ਸੀ ਕੌਂਸਲੇਟ ਨੇ, ਤੇ ਇਹਨੇ ਜਾ ਕੇ ਬੈਠੇ ਸੀ। ਹਾਲੇ ਉਹ ਫੰਕਸ਼ਨ ਸ਼ੁਰੂ ਨਹੀਂ ਸੀ ਹੋਇਆ ਤੇ ਆਪਣੇ ਬੰਦੇ ਜਿਹੜੇ ਆ ਉੱਥੇ ਉਹਦੇ ਕੋਲ ਜਾ ਕੇ ਬਹਿ ਗਏ। ਮੁੰਡਾ ਮਰ ਗਿਆ ਬੁਰਜੀ, ਤੇ ਕੀਨੀਆ ਤੋਂ ਆਇਆ ਸੀ ਸਰਦਾਰ। ਉਹਨੇ ਆ ਕੇ ਉਹਨੂੰ ਕਹਿਣ ਲੱਗਾ, ਇੱਕ ਰਜਿੰਦਰ ਸਿੰਘ ਢਿੱਲੋਂ ਉਹਨੂੰ ਇੰਗਲੈਂਡ ਚਲਾ ਗਿਆ, ਇੱਥੇ ਹੁੰਦਾ ਸੀ। ਅੱਛਾ, ਉਹ ਕਹਿਣ ਲੱਗਾ ਬਈ ਤੁਸੀਂ ਜੋ ਦਰਬਾਰ ਸਾਹਿਬ 'ਤੇ ਹੋਇਆ ਜੋ ਹੋਇਆ ਬਈ ਉਹਦੇ ਬਾਰੇ ਕੀ ਕਹਿੰਦੇ ਆ? ਉਹ ਕਹਿੰਦਾ ਬਕਵਾਸ ਨਾ ਕਰੋ, ਕਹਿੰਦਾ ਸਭ ਬਕਵਾਸ ਆ, ਕਹਿੰਦਾ ਕੁਛ ਨਹੀਂ ਹੋਇਆ ਉੱਥੇ, ਕੁਛ ਨਹੀਂ ਦਰਬਾਰ ਸਾਹਿਬ ਦਾ ਵਿਗੜਿਆ ਇਹ ਉਹ। ਤੁਸੀਂ ਉਹ ਇੱਦਾਂ ਉਹਦੇ ਨਾਲ ਹੀ ਕੁਰਸੀ 'ਤੇ ਬੈਠਾ ਸੀ। ਉਹਨੇ ਦੇਖਿਆ ਨਹੀਂ, ਉਹਦੇ ਉਹ ਮਾਰਿਆ ਥੱਪੜ, ਉਹਨੇ ਉੱਥੇ ਢਾਲਿਆ। ਉਹਨੇ ਢਾ ਕੇ ਤਾਂ ਉਹਦੀ ਪੱਗ ਲੱਥ ਗਈ। ਉਹਨੇ ਇੱਕ ਮੁੰਡੇ ਨੇ ਪੱਗ ਚੱਕੀ, ਪੱਗ ਚੱਕ ਕੇ ਦੌੜ ਗਿਆ। ਤੇ ਉੱਥੇ ਜਿਹੜੇ ਉਹਦਾ ਕੌਂਸਲੇਟ ਆਇਆ, ਇੱਕ ਮੁੰਡੇ ਨੇ ਕੁਰਸੀ ਚੱਕੀ ਕੌਂਸਲੇਟ ਦੇ ਮਾਰੀ, ਉਹਦੇ ਘਰ ਵਾਲੀ ਦੇ ਵੱਜੀ, ਲਹੂ ਲਹਾਨ ਹੋ ਗਿਆ। ਜਿਹੜਾ ਪ੍ਰੋਗਰਾਮ ਸੀ ਸਾਰਾ ਹੀ ਖਤਮ ਹੋ ਗਿਆ। ਉਹਨਾਂ ਨੇ ਜੀ ਦਵਾ ਦਾ ਪੁਲਿਸ ਆ ਗਈ। ਪੁਲਿਸ ਆ ਗਈ ਤਾਂ ਉਹਨਾਂ ਨੇ ਦੂਜਿਆਂ ਨੂੰ ਕਿਹਾ ਜੀ ਆਹ ਦੇਖੋ ਸਾਡੇ ਨਾਲ ਕੀ ਹੋਇਆ। ਉਹ ਕਹਿੰਦੇ ਤੁਸੀਂ ਕਾਹਦੇ ਲਈ ਸੱਦਿਆ ਸੀ? ਕਹਿੰਦੇ ਜੀ ਆਹ ਦੱਸ। ਉਹ ਕਹਿੰਦੇ ਤੁਸੀਂ ਇਜਾਜ਼ਤ ਲਈ ਸੀ?
ਇਸ ਗੱਲ ਦੀ? ਉਹ ਕਹਿੰਦੇ ਨਹੀਂ। ਉਹ ਕਹਿੰਦੇ ਤੁਸੀਂ ਇਜਾਜ਼ਤ ਕਿਉਂ ਨਹੀਂ ਲਈ? ਫਿਰ ਉਹ ਕਹਿੰਦੇ ਜੀ ਕੇਸ, ਉਹ ਕਹਿੰਦਾ ਕੇਸ ਕਰ ਲਓ, ਤੁਸੀਂ ਖਰਚਾ ਆਪ ਕਰੋਗੇ, ਵਕੀਲ ਦਾ ਕੋਰਟ ਦਾ ਜੋ ਕੁਝ ਤੁਹਾਡੇ ਸਿਰ ਪਊਗਾ, ਅਸੀਂ ਨਹੀਂ ਦੇਣਾ। ਤੁਸੀਂ ਪਹਿਲੀ ਗੱਲ ਆ ਤੁਸੀਂ ਗਲਤ ਕੰਮ ਕੀਤਾ ਜਿਹੜਾ ਤੁਸੀਂ ਇੱਥੇ ਆਏ ਆ ਸਾਡੀ ਇਜਾਜ਼ਤ ਤੋਂ ਬਗੈਰ। ਉਹ ਸ਼ਰਮਿੰਦੇ ਜਿਹਾ ਹੋ ਗਏ। ਉਹ ਕਹਿੰਦੇ ਜੀ ਮੇਰੀ ਪੱਗ ਲੈ ਗਿਆ। ਕਹਿੰਦੇ ਕੌਣ ਲੈ ਗਿਆ? ਕਹਿੰਦੇ ਜੀ ਇੱਕ ਗਰੇ ਕੋਟੀ ਵਾਲਾ ਸੀਗਾ। ਉਹ ਕਹਿੰਦੇ ਹੁਣ ਗਰੇ ਤਾਂ ਬਹੁਤਿਆਂ ਨੇ ਪਾਈਆਂ, ਕਿਹਨੂੰ ਫੜੀਏ? ਕੋਈ ਕੁਛ ਨਹੀਂ ਹੋਇਆ। ਮਤਲਬ ਉਸ ਵੇਲੇ ਲੋਕਾਂ 'ਚ ਗੁੱਸਾ ਸੀ, ਗੁੱਸਾ ਸੀ, ਗੁੱਸਾ ਉਹ ਸੀ ਦੁੱਖ ਦਾ। ਅੱਛਾ, ਇਹਦੇ ਵਿੱਚ ਕਹਿੰਦੇ ਕਿ ਮੌਕੇ ਦੇ ਜਿਹੜੇ ਇੰਡੀਅਨ ਕਾਉਂਸਲੇਟ ਸੀ ਉਹਨਾਂ ਦੀ ਵੀ ਮਾਰਕੁੱਟ ਹੋਈ। ਹਾਂ, ਤੁਹਾਨੂੰ ਦੱਸਿਆ ਤਾਂ ਹੈ, ਕੌਂਸਲੇਟ ਦੇ ਕੁਰਸੀ ਮਾਰੀ ਚੱਕ ਕੇ। ਅੱਛਾ, ਨਾਲੇ ਉਸ ਤੋਂ ਬਾਅਦ ਫਿਰ ਇਹਦੀ ਕੋਈ ਕਾਰਵਾਈ ਹੋਈ ਜਿਨ੍ਹਾਂ ਨੇ ਮਾਰਕੁੱਟ ਕੀਤੀ ਉਹਨਾਂ ਦੇ ਉੱਤੇ? ਕੁਛ ਨਹੀਂ। ਉਹ ਕਹਿੰਦੇ ਸੀ ਕਰੋ। ਉਹ ਕਹਿੰਦੇ ਸੀ ਅਸੀਂ ਨਹੀਂ ਕਰਨੀ। ਹਾਂ, ਜੇ ਕਰਾਂਗੇ ਤਾਂ ਖਰਚਾ ਤੁਹਾਡਾ ਹੋ। ਉਹ ਡਰ ਗਏ। ਫਿਰ ਉਹ ਕਹਿੰਦੇ ਹੋਟਲ 'ਚ ਰਹੋਗੇ, ਜੋ ਕੁਝ ਕਰੋਗੇ, ਅਸੀਂ ਕੋਈ ਗਵਰਨਮੈਂਟ ਨੇ ਕੁਛ ਨਹੀਂ ਦਿੱਤੇ। ਪਹਿਲੀ ਤਾਂ ਗੱਲ ਹੈ ਤੁਸੀਂ ਆਏ ਕਿਹਦੀ ਇਜਾਜ਼ਤ ਨਾਲ ਆ? ਕਿਉਂਕਿ ਦੂਜੇ ਮੁਲਕ ਦੇ ਵਿੱਚ ਆ ਕੇ ਤੁਸੀਂ ਉਹਨਾਂ ਦਾ ਜਿਹੜਾ ਕਾਨੂੰਨ ਆ ਭੰਗ ਕਰਦੇ ਆ, ਇਹ ਤਾਂ ਗਲਤ ਸੀ। ਤੇ ਉਹ ਜੀ ਖੈਰ ਵਿਚਾਰੇ ਚੁੱਪ ਕਰਕੇ ਫਿਰ ਬਹਿ ਗਏ। ਤੇ ਫਿਰ ਖੈਰ ਫਿਰ ਸਾਡੀ ਤਾਂ ਚੜ੍ਹਤ ਹੋ ਗਈ ਕਿ ਅਸੀਂ ਤੇ ਜਿੱਦਣ ਫਿਰ ਇੰਦਰਾ ਮਰੀ ਆ। ਕਿਉਂਕਿ ਅਗਲਾ ਜਿਹੜਾ ਪੜਾਅ ਹੈ ਫਿਰ ਉਹ ਆ ਜਾਂਦਾ ਜਦੋਂ ਇੰਦਰਾ ਗਾਂਧੀ ਦਾ ਕਤਲ ਹੁੰਦਾ, ਉਹਨੂੰ ਸਜ਼ਾ ਯਾਫਤਾ ਕੀਤਾ ਜਾਂਦਾ। ਤੇ ਉਸ ਤੋਂ ਬਾਅਦ ਕਤਲੋਗਾਰਤ ਚੱਲੀ ਦਿੱਲੀ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਸਿੱਖਾਂ ਦੀ, ਤੇ ਜਿਹਦੇ ਵਿੱਚ ਨਿਰਦੋਸ਼ੀਆਂ ਨੂੰ ਘਰਾਂ ਦੇ ਵਿੱਚ ਡੱਕ ਕੇ, ਤੇ ਆਪਾਂ ਸਭ ਜਾਣਦੇ ਹਾਂ ਕਿ ਕਿੰਨੇ ਖੌਫਨਾਕ ਤਰੀਕੇ ਦੇ ਨਾਲ ਉਹਨਾਂ ਨੂੰ ਮਾਰਿਆ। ਸੋ ਇੰਦਰਾ ਗਾਂਧੀ ਦੇ ਮੌਤ ਦੀ ਜਿਹੜੀ ਖਬਰ ਹੈ ਉਹ ਤੁਹਾਡੇ ਤਾਈਂ ਕਿਵੇਂ ਪਹੁੰਚੀ, ਤੇ ਆਸਟ੍ਰੇਲੀਆ ਦੀਆਂ ਸੰਗਤਾਂ ਨੇ ਜਿਹੜੀਆਂ ਉਹਨਾਂ ਨੇ ਇਹਨੂੰ ਕਿਵੇਂ ਲਿਆ? ਜਿਹੜੀ ਦੇਖੋ, ਇੱਕ ਗੱਲ ਤਾਂ ਮੈਂ ਜਿਹੜੀ ਕਿਤਾਬ ਲਿਖੀ ਆ ਉਹਦੀ ਨਾਦਰ ਸ਼ਾਹ ਦੀ ਵਾਪਸੀ, ਉਹਦੇ 'ਚ ਸਾਰਾ ਡਿਟੇਲ 'ਚ ਹੈਗਾ। ਇੱਕ ਬੰਦਾ ਪੁਲਿਸ 'ਚ ਸੀ, ਅਫਸਰ ਸੀ ਦਿੱਲੀ ਦਾ, ਹਿੰਦੂ ਸੀ। ਉਹਦੇ ਮੁੰਡੇ ਦੀ ਜਿਹੜਾ 8ਵੀਂ 'ਚ ਪੜ੍ਹਦਾ, ਉਹਦੀ ਇੰਟਰਵਿਊ ਆ ਉਸ ਕਿਤਾਬ 'ਚ। ਉਹ ਮੁੰਡਾ ਕਹਿੰਦਾ ਵੀ ਮੇਰਾ ਡੈਡੀ ਕਹਿੰਦਾ ਸੀ ਜਦੋਂ ਦਰਬਾਰ ਸਾਹਿਬ 'ਤੇ ਹਮਲਾ ਹੋਇਆ, ਉਹ ਕਹਿੰਦਾ ਸੀ ਵੀ ਇੰਦਰਾ ਨੂੰ ਸਿੱਖਾਂ ਨੇ ਮਾਰ ਦੇਣਾ। ਉਦੋਂ ਤੋਂ ਹੀ ਕਹਿਣ ਲੱਗ ਪਿਆ ਸੀ। ਅੱਛਾ, ਫਿਰ ਕਹਿੰਦਾ ਜਿੱਦਣ ਉਹਨੂੰ ਮਾਰਤਾ, ਮਰ ਗਈ, ਉਦੋਂ ਕਹਿੰਦਾ ਰੋ ਪਿਆ ਉਹ। ਕਹਿੰਦਾ ਅਸੀਂ ਕਿਹਾ ਵੀ ਤੈਨੂੰ ਜਦ ਪਤਾ ਸੀ ਵੀ ਸਿੱਖਾਂ ਨੇ ਮਾਰ ਦੇਣਾ, ਹੁਣ ਮਾਰਤੀ ਤਾਂ ਹੁਣ ਕਿਉਂ ਰੋਣਾ? ਕਹਿੰਦਾ ਮੈਨੂੰ ਇਹ ਤਾਂ ਪਤਾ ਸੀ ਵੀ ਮਾਰ ਦੇਣਾ, ਪਰ ਮੈਨੂੰ ਇਹ ਨਹੀਂ ਸੀ ਪਤਾ ਵੀ ਉਹਦੇ ਬੋਡੀਗਾਰਡਾਂ ਨੇ ਮਾਰ ਦੇਣਾ ਉਹਨੂੰ। ਮਤਲਬ ਇਹ ਇੱਕ ਅਚੰਭੇ ਵਾਲੀ ਗੱਲ ਸੀ ਬਈ ਜਿਹੜਾ ਬੰਦਾ ਉਹਦੀ ਅੰਗ ਰੱਖਿਆ ਗਿਆ ਬੋਡੀਗਾਰਡ ਆ, ਉਹ ਉਹਦਾ ਕਤਲ ਕਰੇ। ਨਹੀਂ ਤਾਂ ਆਮ ਹੋਰ ਬੰਦਾ ਤਾਂ ਕਰ ਦਿੰਦਾ, ਵੱਖਰੀ ਗੱਲ ਸੀ। ਬਾਕੀ ਜਿਹੜੀ ਗੱਲ ਸੀ, ਜਦੋਂ ਇੰਦਰਾ ਦਾ ਕਤਲ ਹੋਇਆ, ਮੇਰਾ ਬੇਟਾ ਲਾਡੀ ਤੇ ਆਪਣੇ ਅਜੀਤ ਸਿੰਘ ਹੁਣੀ ਸਾਰੇ ਹੀ ਇੱਥੇ ਜਗਿਓਂ ਗਿਆ ਇੱਕ ਪਿੰਡ, ਉੱਥੇ ਸਪੈਰਾਗਸ ਕੱਢਦੇ ਸੀ। ਅੱਛਾ, ਇਹਨਾਂ ਨੇ ਸ਼ਰਾਬ ਛੱਡੀ ਹੋਈ ਸੀ, ਮੈਂ ਵੀ ਨਹੀਂ ਸੀ ਪੀਂਦਾ, ਤੇ ਨਾ ਮੈਂ ਪੀਂਦਾ ਸੀ। ਅੱਛਾ, ਜਦੋਂ ਉੱਥੇ ਖਬਰ ਆਈ ਇਹਨਾਂ ਨੂੰ ਵੀ ਇੰਦਰਾ ਗਾਂਧੀ ਜ਼ਖਮੀ ਹੋ ਗਈ। ਅੱਛਾ, ਮੈਂ ਕੰਮ ਤੋਂ ਆਇਆ ਤੇ ਸੰਤਰੇ ਤੋੜਦੇ ਸੀ, ਆ ਕੇ ਕਾਰ ਖੜੀ ਕੀਤੀ ਤਾਂ ਮੇਰਾ ਬੇਟਾ ਤੇ ਬੇਟੀ ਅੰਦਰੋਂ ਚੀਕਾਂ ਮਾਰਦੇ ਭੱਜੇ ਆਏ। ਅੱਛਾ, ਮੈਂ ਕਿਹਾ ਪਤਾ ਨਹੀਂ ਕੀ ਗੱਲ ਹੋ ਗਈ। ਮੈਂ ਕਾਰ ਖੜੀ ਕਰਕੇ ਜਦ ਬਾਹਰ, ਸਰਬਜੀਤ ਸਿੰਘ ਦੀ ਯਕੀਨ ਜਾਣਿਓ, ਛੋਟੇ ਸੀ ਦੋਏ, ਇਹਨਾਂ ਕੋਲੋਂ ਗੱਲ ਨਾ ਹੋਵੇ ਖੁਸ਼ੀ 'ਚ, ਡੈਡੀ ਇੰਦਰਾ ਮਾਰ ਛੱਡੀ, ਇੰਦਰਾ ਮਾਰ ਛੱਡੀ, ਦੋ ਸਿੱਖਾਂ ਨੇ ਬੋਡੀਗਾਰਡਾਂ ਨੇ ਮਾਰ। ਇਹਨਾਂ ਦਾ ਪੇਸ਼ ਕੁਛ ਨਾ ਜਾਵੇ, ਇਹਨਾਂ ਨੇ ਕੀ ਕੀਤਾ ਵੀ ਇਹਨੂੰ ਖਬਰ ਨੂੰ ਸੰਭਾਲੀਏ। ਇਹਨੀ ਦਵਾ ਟੇਪ ਰਿਕਾਰਡਰ 'ਤੇ ਰਿਕਾਰਡ ਕਰ ਲਈ TV ਤੋਂ ਮੈਨੂੰ ਸੁਣਾਉਣ ਵਾਸਤੇ। ਖੈਰ ਜਦ ਤੱਕ ਤਾਂ ਫਿਰ ਮੁੜ ਕੇ ਪਤਾ, ਮੈਂ ਫਿਰ ਹੁਣ ਇੱਕ ਸਾਈਕੀ ਆ ਇਹ। ਮੈਂ ਇਹ ਸੋਚਦਾ ਸੀ ਵੀ ਅਸੀਂ ਸਿਆਣੇ ਬੰਦੇ ਸੀ, ਸਿਆਣੇ, ਸਾਨੂੰ ਪਤਾ ਸੀ ਉਹ ਦੁੱਖ ਸੀ ਸਾਨੂੰ ਵੀ ਉਹਨੇ ਇਹ ਜਿਹੜਾ ਅਕਾਲ ਤਖ਼ਤ 'ਤੇ ਹਮਲਾ ਕੀਤਾ, ਜੋ ਕੁਛ ਕੀਤਾ, ਉਹਨੇ ਸਾਡੇ ਦਿਲ ਨੂੰ ਦੁਖਾਇਆ। ਪਰ ਇਹ ਨਿੱਕੇ ਨਿੱਕੇ ਬੱਚੇ ਆ ਜਿਹੜੇ, ਇਹਨਾਂ ਦੇ ਅੰਦਰੋਂ ਕਿਸ ਬੰਦੇ ਨੇ ਜਿੰਦਾ ਕੀਤਾ, ਜਗਾਇਆ ਇਸ ਦੁੱਖ ਨੂੰ? ਇਹਨਾਂ ਦੇ ਅੰਦਰੋਂ ਉਹ ਨਫ਼ਰਤ ਕਿਹਨੇ ਜਗਾਈ ਆ? ਫਿਰ ਉਹੀ ਗੱਲ ਆਉਂਦੀ ਆ, ਮੈਂ ਚਾਹੇ ਕਾਮਰੇਡ ਸੀ, ਚਾਹੇ ਜੋ ਮਰਜ਼ੀ ਸੀ, ਅੰਦਰੋਂ ਸਿੱਖ ਸੀ। ਜਿੰਨੇ ਵੀ ਸਾਡੇ ਬੱਚੇ ਸੀ ਇਹ ਅੰਦਰੋਂ ਸਿੱਖ ਆ, ਚਾਹੇ ਜੋ ਮਰਜ਼ੀ ਆ। ਪਰ ਉਸ ਵੇਲੇ ਇੱਕ ਗੱਲ ਮੈਨੂੰ ਤਰਸੇਮ ਪੁਰੇ ਵਾਲੇ ਕਹਿੰਦਾ ਸੀ, ਕਹਿੰਦਾ ਸਿੱਖਾਂ ਨੇ ਇੰਦਰਾ ਨੂੰ ਮਾਰ ਕੇ
ਕਹਿੰਦਾ 100 ਸਾਲ ਲਈ ਸਿੱਖ ਕੌਮ ਨੂੰ ਜਿੰਦੀ ਕਰ ਦਿੱਤਾ। ਕਹਿੰਦਾ ਜਿਹੜੇ ਮੋਨੇ ਸੀ ਸਾਰੇ ਸੀ, ਬਹੁਤ ਸਾਰੇ ਮੁੰਡੇ ਜਿਹੜੇ ਸੀ ਮੁੜ ਕੇ ਬੱਚੇ ਸਿੱਖ ਬਣ ਗਏ, ਪੱਗਾਂ ਬੰਨ੍ਹਣ ਲੱਗ ਪਏ, ਹੋਰ ਸਾਰਾ ਕੁਝ। ਮਤਲਬ ਉਹ ਸਾਰਾ ਕੁਝ ਜਿੱਥੇ ਇਹ ਠੀਕ ਆ ਕੌਮ ਨੂੰ ਨੁਕਸਾਨ ਹੋਇਆ, ਬਹੁਤ ਸਾਰੇ ਸਿੰਘ ਸ਼ਹੀਦ ਹੋਏ, ਪਰ ਉੱਥੇ ਨਾਲ ਇੱਕ ਇਹ ਵੀ ਗੱਲ ਹੋਈ ਆ ਵੀ ਕੌਮ ਦੇ ਵਿੱਚ ਜਿਹੜੀ ਇੱਕ ਜਾਗਰਤੀ ਜਿਹੜੀ ਸੁੱਤੀ ਪਈ ਸੀ ਉਹ ਜਾਗੀ, ਉਹ ਜਾਗ ਪਈ, ਕੌਮ ਉੱਠ ਖੜੀ ਔਰ ਉੱਠ ਕੇ ਚਾਹੇ ਜਿੱਦਾਂ ਮਰਜ਼ੀ ਸੀ ਉਹਦਾ ਨੁਕਸਾਨ ਵੀ ਜਿਹੜਾ ਜੋ ਹੋਇਆ ਹੋ ਗਿਆ, ਉਹ ਤਾਂ ਹੋਣਾ ਸੀ, ਪਰ ਜਿਹੜੀ ਇੱਕ ਫਾਇਦਾ ਜਿਹੜਾ ਹੋਇਆ ਉਹ ਇੱਕ ਕਿਸਮ ਦਾ ਤੂਫਾਨ ਆ ਗਿਆ ਸਿੱਖ ਧਰਮ ਦੇ ਵਿੱਚ, ਮੁੜ ਕੇ ਲੋਕ ਜਾਗ ਉੱਠੇ। ਇਹਦੇ ਨਾਲ ਹੀ ਜੁੜਦਾ ਸਵਾਲ ਆ ਕਿ ਜਦੋਂ 1984 ਦੇ ਵਿੱਚ ਇਹ ਦੋ ਵੱਡੀਆਂ ਅਹਿਮ ਘਟਨਾਵਾਂ ਹੋਈਆਂ, ਪਹਿਲਾ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਣਾ, ਦਰਬਾਰ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰ ਦੇਣਾ ਤੇ ਸੰਤ ਜਰਨੈਲ ਸਿੰਘ ਸਾਥੀਆਂ ਸਮੇਤ ਸ਼ਹੀਦ ਹੋ ਜਾਣਾ। ਦੂਸਰਾ 1984 ਨਵੰਬਰ ਦੇ ਵਿੱਚ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਦੇ ਵਿੱਚ ਸਿੱਖਾਂ ਦੀ ਨਸਲਕੁਸ਼ੀ। ਸੋ ਇਹ ਦੋ ਘਟਨਾਵਾਂ ਤੋਂ ਬਾਅਦ ਤੇ ਪਹਿਲਾਂ ਜਿਹੜਾ ਆਸਟ੍ਰੇਲੀਆ ਦਾ ਸਿੱਖ ਭਾਈਚਾਰਾ ਸੀ ਉਹਦੇ ਆਪੋ ਦੇ ਵਿੱਚ ਵਰਤ ਵਿਹਾਰ ਦੇ ਵਿੱਚ ਉੱਠਣ ਬਹਿਣ ਦੇ ਵਿੱਚ ਤੁਹਾਨੂੰ ਕੋਈ ਫਰਕ ਨਜ਼ਰ ਆਇਆ? ਪਹਿਲਾਂ ਤਾਂ ਪਤਾ ਹੀ ਕੁਝ ਨਹੀਂ ਸੀ ਵੀ ਸਿੱਖ ਹੈਗੇ ਵੀ ਇੱਥੇ ਆਸਟ੍ਰੇਲੀਆ ਦੇ ਵਿੱਚ। ਜਦੋਂ ਦਰਬਾਰ ਸਾਹਿਬ ਤੇ ਅਟੈਕ ਹੋਇਆ ਪਤਾ ਤਾਂ ਫੇਰ ਲੱਗਾ ਵੀ ਇੰਨੇ ਸਿੱਖ ਆ ਇੱਥੇ, ਪਹਿਲਾਂ ਤਾਂ ਪਤਾ ਹੀ ਨਹੀਂ ਸੀ। ਹੁਣ ਅਸੀਂ ਤੁਹਾਨੂੰ ਦੱਸਿਆ ਵੀ ਅਸੀਂ ਉਹ 32 ਸਫ਼ਿਆਂ ਸਵਾਰੀਆਂ ਵਾਲੀ ਬੱਸ ਕਰ ਲਈ, ਸਾਤੋਂ ਉਹੀ ਨਹੀਂ ਭਰੀ, ਕਿੰਨੀਆਂ ਕੁ ਫੈਮਲੀਆਂ ਸੀ। ਉਦੋਂ ਜਿਹੜਾ ਜਲੂਸ ਕੱਢਿਆ, ਮੁਜ਼ਾਹਰਾ ਕੀਤਾ, ਉਸ ਮੁਜ਼ਾਹਰੇ ਨੇ ਸਾਨੂੰ ਹੌਸਲਾ ਦਿੱਤਾ ਬਈ ਸਾਡੇ ਕੋਲ ਬਹੁਤ ਸੰਗਤ ਹੈ, ਅਸੀਂ ਕੁਝ ਕਰ ਸਕਦੇ ਹਾਂ, ਅਤੇ ਉਹਦਾ ਸਾਨੂੰ ਬਹੁਤ ਫਾਇਦਾ ਹੋਇਆ। ਅਸੀਂ ਉਹਦਾ ਕਹਿੰਦੇ ਹਾਂ ਵੀ ਸਾਡੀ ਕੌਮ ਨੂੰ ਜਗਾਤਾ ਉਸ ਗੱਲ ਨੇ। ਅਤੇ ਜਿਹੜੇ ਤੁਹਾਡੇ ਆਂਢੀ ਗੁਆਂਢੀ ਇੱਥੋਂ ਦੇ ਜਿਹੜੇ ਦੂਜੀਆਂ ਕੌਮਾਂ ਤੋਂ ਲੋਕ ਸਨ, ਤੁਹਾਡੇ ਕੰਮ ਤੇ ਨਾਲ ਹੋਰ ਸਹਿਕਰਮੀ ਵੀ ਹੋਣਗੇ ਜਿਹੜੇ ਹੋਰਨਾਂ ਕੌਮਾਂ ਤੋਂ, ਹੋਰਨਾਂ ਬੋਲੀਆਂ ਤੋਂ, ਹੋਰਨਾਂ ਦੇਸ਼ਾਂ ਤੋਂ ਸਨ, ਸੋ ਇਹ ਘਟਨਾ ਬਾਰੇ ਉਹਨਾਂ ਦੇ ਨਾਲ ਕਦੀ ਗੱਲਬਾਤ ਹੋਈ ਜਾਂ ਉਹਨਾਂ ਨੇ ਕਦੀ ਛੇੜਿਆ ਸੀ, ਗੱਲਬਾਤ ਛੇੜਨੀ ਚਾਹੀ, ਪੁੱਛਣਾ ਚਾਹਿਆ? ਉਹਨਾਂ ਲੋਕਾਂ ਦੀ ਸਾਡੇ ਨਾਲ ਹਮਦਰਦੀ ਸੀ। ਜਦੋਂ ਅਸੀਂ ਉਹਨਾਂ ਨੂੰ, ਮੈਂ ਤਾਂ ਖੈਰ ਬਹੁਤੇ ਲੋਕ ਤਾਂ ਨਹੀਂ ਸੀ ਦੱਸਦੇ, ਮੈਂ ਜਦੋਂ ਉਹਨਾਂ ਨੂੰ ਇਹ ਕਹਿੰਦਾ ਸੀ ਵੀ ਕੱਲ੍ਹ ਨੂੰ ਤੁਹਾਡੇ ਕੋਈ ਯਰੂਸ਼ਲਮ ਦੇ ਉੱਤੇ ਅਟੈਕ ਕਰ ਦਿੰਦਾ, ਉਹਨੂੰ ਢਾਹ ਦਿੰਦਾ, ਤੁਸੀਂ ਕੀ ਮਹਿਸੂਸ ਕਰੋਗੇ? ਕਹਿੰਦੇ ਅਸੀਂ ਨਹੀਂ ਛੱਡਦੇ ਉਹਨੂੰ। ਮੈਂ ਕਿਹਾ ਇਹੀ ਹਾਲ ਸਾਡਾ ਹੋਇਆ। ਮੈਂ ਕਿਹਾ ਸਾਡਾ ਯਰੂਸ਼ਲਮ ਸੀ ਜਿਹੜਾ, ਇਹਨੇ ਉਹ 'ਤੇ ਅਟੈਕ ਕੀਤਾ। ਫਿਰ ਮੈਂ ਉਹਨਾਂ ਨੂੰ ਦੱਸਿਆ ਵੀ ਮੁਗਲਾਂ ਨੇ ਤਾਂ ਕੀਤਾ ਸੀ 222 ਸਾਲ ਬਾਅਦ, ਇਹ ਇਹਨਾਂ ਤੋਂ ਜਿਹਨਾਂ ਤੋਂ ਆਸ ਹੀ ਨਹੀਂ ਸੀ, ਜਿਨ੍ਹਾਂ ਦੀਆਂ ਬਹੂ ਬੇਟੀਆਂ ਅਸੀਂ ਬਚਾਉਂਦੇ ਰਹੇ ਹਾਂ, ਮੁਗਲਾਂ ਤੋਂ ਛਡਾਉਂਦੇ ਰਹੇ ਹਾਂ, ਇਹਨਾਂ ਦੀ ਥਾਂ ਮਰਦੇ ਰਹੇ ਹਾਂ, ਸ਼ਹੀਦ ਹੁੰਦੇ ਰਹੇ ਹਾਂ, ਉਹਨਾਂ ਨੇ ਸਾਡੇ ਨਾਲ ਆਹ ਕੁਛ ਕੀਤਾ। ਅਤੇ ਉਹ ਸਾਡੇ ਨਾਲ ਸੀ, ਹਮਦਰਦੀ ਸੀ ਉਹਨਾਂ ਦੀ ਸਾਡੇ ਨਾਲ।